ਅਕਾਲੀ ਦਲ ਨੇ ਕਿਸਾਨਾਂ ਦੇ ਨਾਮ ਭੇਜੀ ਖੁੱਲੀ ਚਿੱਠੀ, ਕਿਹਾ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਤਿਆਰ। ਤੁਸੀਂ ਤੈਅ ਕਰੋ ਸਮਾਂ ਤੇ ਸਥਾਨ, ਚੋਣ ਰੈਲੀਆਂ ਕਰਨਾ ਸਾਡਾ ਵੀ ਜਮਹੂਰੀ ਹੱਕ, ਸਾਡੇ ਵੀ ਹੱਕ ਦਾ ਹੋਵੇ ਸਤਿਕਾਰ। ਕਿਸਾਨ ਅੰਦੋਲਨ ਤੇ ਅਕਾਲੀ ਦਲ ਵੱਲੋਂ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ। ਮਜੀਠੀਆ ਬੋਲੇ ਜੈ ਜਵਾਨ ਜੈ ਕਿਸਾਨ ਦੇ ਬੈਨਰ ਹੇਠ ਇਕੱਠੇ ਹੋ ਕੇ ਕਿਸਾਨਾਂ ਦੀ ਲੜਾਈ ਲੜਨ ਦਾ ਸਮਾਂ। ਸ਼ਰਾਰਤੀ ਵਿਗਾੜਨਾ ਚਾਹੁੰਦੇ ਨੇ ਪੰਜਾਬ ਦਾ ਮਾਹੌਲ। ਧਾਰਾ 144 ਲੱਗਣ ਦੇ ਬਾਵਜੂਦ ਕਰਨਾਲ ਵਿੱਚ ਮਹਾ ਪੰਚਾਇਤ ਲਈ ਬਜਟ ਕਿਸਾਨ। ਗੁਰਨਾਮ ਚੜੂਨੀ ਨੇ ਕੱਲ੍ਹ ਸਵੇਰੇ 10:30 ਵਜੇ ਕਿਸਾਨਾਂ ਨੂੰ ਕਰਨਾਲ ਪਹੁੰਚਣ ਲਈ ਕਿਹਾ। ਲਾਠੀਚਾਰਜ ਮਾਮਲੇ ਵਿੱਚ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਸੱਦੀ ਗਈ ਹੈ ਮਹਾ ਪੰਚਾਇਤ। ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਨੇ ਘੇਰੀ ਕੈਪਟਨ ਸਰਕਾਰ। ਕਿਡਨੈਪਿੰਗ ਦੇ ਅੰਕੜਿਆਂ ਦਾ ਹਵਾਲਾ ਦੇ ਕੇ ਮੁੱਖ ਮੰਤਰੀ ਤੋਂ ਮੰਗਿਆ ਅਸਤੀਫਾ। ਕਾਂਗਰਸ ਦਾ ਪਲਟਵਾਰ, ਤੱਥਾਂ ਦੀ ਜਾਂਚ ਕਰਾਏ ਆਮ ਆਦਮੀ ਪਾਰਟੀ। ਕੈਪਟਨ ਨੇ 4 ਸਾਲਾਂ ਵਿੱਚ ਕਾਨੂੰਨ ਵਿਵਸਥਾ ਕੀਤੀ ਠੀਕ। ਪੰਜਾਬ ਆਪ ਵਿੱਚ ਸੀਐਮ ਫੇਸ ਨੂੰ ਲੈ ਕੇ ਘਮਾਸਾਨ ਹੋਇਆ ਤੇਜ਼। ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਉਣ ਦੀ ਕਰ ਰਹੇ ਨੇ ਮੰਗ। ਹਮਾਇਤੀ ਲੁਧਿਆਣਾ ਤੋਂ ਪੈਦਲ ਮਾਰਚ ਕਰ ਚੰਡੀਗੜ੍ਹ ਪਹੁੰਚੇ। ਵਰਕਰ ਪਾਰਟੀ ਦਫ਼ਤਰ ਦੇ ਬਾਹਰ ਕਰ ਰਹੇ ਨੇ ਪ੍ਰਦਰਸ਼ਨ। ਪੰਜਾਬ ਸਰਕਾਰ ਦੀ ਰੀਕਾਲ ਪਟੀਸ਼ਨ ਤੇ ਹਾਈ ਕੋਰਟ ਨੇ ਸੈਣੀ ਨੂੰ ਨੋਟਿਸ ਕੀਤਾ ਜਾਰੀ। ਸੈਣੀ ਤੋਂ 7 ਅਕਤੂਬਰ ਤੱਕ ਮੰਗਿਆ ਜਵਾਬ। ਗ੍ਰਿਫਤਾਰੀ ਰੱਦ ਕਰਨ ਦੇ ਫੈਸਲੇ ਤੇ ਸਰਕਾਰ ਨੇ ਪਾਈ ਸੀ ਰੀਕਾਲ ਪਟੀਸ਼ਨ। ਨੀਟ ਦੀ ਪ੍ਰੀਖਿਆ ਟਾਲਣ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ। 12 ਸਤੰਬਰ ਨੂੰ ਹੋਣੀ ਹੈ ਪ੍ਰੀਖਿਆ। ਵਿਦਿਆਰਥੀਆਂ ਨੇ ਉਸੇ ਦਿਨ ਹੋਰ ਪ੍ਰੀਖਿਆਵਾਂ ਹੋਣ ਦਾ ਦਿੱਤਾ ਸੀ ਹਵਾਲਾ। ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਰੀਬ 2000 ਸਰਕਾਰੀ ਬੱਸਾਂ ਤੇ ਲੱਗੀ ਬ੍ਰੇਕ। ਮੁਸਾਫਰਾਂ ਨੂੰ ਹੋ ਰਹੀ ਪਰੇਸ਼ਾਨੀ। ਰੈਗੂਲਰ ਕਰਨ ਸਣੇ ਕਈ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਮੁਲਾਜ਼ਮ। ਤੇ ਕਰੋਨਾ ਖਿਲਾਫ ਲੜਾਈ ਵਿੱਚ ਹਿਮਾਚਲ ਦੇ ਮਰੀਜ਼ ਹੋਏ ਪੀਐਮ। ਹੈਲਥ ਵਰਕਰਾਂ ਨਾਲ ਸੰਵਾਦ ਵਿੱਚ ਕਿਹਾ ਵੈਕਸੀਨੇਸ਼ਨ ਵਿੱਚ ਤੁਸੀਂ ਚੈਂਪੀਅਨ ਬਣ ਕੇ ਉੱਭਰੇ। ਹਿਮਾਚਲ ਦੇ ਸਾਰੇ ਨੌਜਵਾਨਾਂ ਨੂੰ ਲੱਗ ਚੁੱਕੀ ਹੈ ਵੈਕਸੀਨ ਦੀ 1 ਡੋਜ਼। ਸਤਿ ਸ਼੍ਰੀ ਅਕਾਲ, ਸਵਾਗਤ ਹੈ ਇੱਕ ਵਾਰ ਫਿਰ ਤੋਂ ਨਿਊਜ਼ 18 ਪੰਜਾਬ ਬਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡਾ ਨਾਲ ਭੁੱਲਰਜੀਤ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ ਉਸ ਚਿੱਠੀ ਦੀ ਜਿਹੜੀ ਉਹਨਾਂ ਨੇ ਕਿਸਾਨਾਂ ਦੇ ਨਾਲ ਲਿਖੀ ਹੈ। ਜੀ ਹਾਂ, ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖੁੱਲੀ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਅਸੀਂ ਯਾਨੀ ਕਿ ਅਕਾਲੀ ਦਲ ਕਿਸਾਨਾਂ ਦੇ ਹਰ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੈ। ਕਿਸਾਨ ਤੈਅ ਕਰਨ ਸਮਾਂ ਤੇ ਸਥਾਨ, ਕਿੱਥੇ ਔਰ ਕਿਹੜੀ ਜਗ੍ਹਾ ਉਹਨਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਚਾਹੀਦੇ ਨੇ। ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਵੀ ਸਹਿਯੋਗ ਰਲਿਆ ਹੋਇਆ ਹੈ। ਚੋਣ ਰੈਲੀਆਂ ਤੇ ਮੀਟਿੰਗਾਂ ਕਰਨਾ ਸਾਡਾ ਜਮਹੂਰੀ ਹੱਕ ਹੈ। ਇਸ ਗੱਲ ਦਾ ਜ਼ਿਕਰ ਵੀ ਚਿੱਠੀ ਦੇ ਵਿੱਚ ਅਕਾਲੀ ਦਲ ਨੇ ਕੀਤਾ। ਉਹਨਾਂ ਨੇ ਕਿਹਾ ਕਿ ਸਾਡੇ ਹੱਕ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਗੱਲਬਾਤ ਨਾਲ ਹਰ ਮਸਲੇ ਦਾ ਹੱਲ ਕੱਢਿਆ ਜਾਵੇ। ਤਾਂ ਟਕਰਾਅ ਤੋਂ ਬਚਣ ਦੀ ਵੀ ਜਿਹੜੀ ਹਮਾਇਤ ਕਰਦਾ ਨਜ਼ਰ ਆਇਆ ਅਕਾਲੀ ਦਲ। ਔਰ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ 3 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ। ਤੇ ਇਸ ਕਮੇਟੀ ਦੇ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨਾਂ ਨੂੰ ਖੁੱਲੀ ਚਿੱਠੀ ਲਿਖ ਕੇ ਆਪਣੇ ਸਵਾਲ ਲਿਆਉਣ ਲਈ ਅਪੀਲ ਕੀਤੀ ਹੈ ਤੇ ਸਮਾਂ ਤੇ ਸਥਾਨ ਵੀ ਉਹਨਾਂ ਦੇ ਹਿਸਾਬ ਦੇ ਨਾਲ ਤੈਅ ਕੀਤਾ ਜਾਵੇਗਾ। ਔਰ ਉਹਨਾਂ ਨੇ ਕਿਹਾ ਕਿ ਪਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਰੈਲੀਆਂ ਕਰ ਰਿਹਾ ਉਹਨਾਂ ਨੂੰ ਜਮਹੂਰੀ ਹੱਕ ਆ, ਉਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵਿਘਨ ਪਾਉਣਾ ਉਹ ਗਲਤ ਹੈ। ਲੋਕਤੰਤਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਰੈਲੀਆਂ ਕਰਨ ਦਾ ਹੱਕ ਆ, ਪਰ ਜੇਕਰ ਕੋਈ ਸਵਾਲ ਨੇ, ਕੋਈ ਸ਼ੰਕੇ ਨੇ ਕਿਸਾਨਾਂ ਦੇ ਮਨਾਂ ਦੇ ਵਿੱਚ, ਤਾਂ ਉਹ ਆਪਣੇ ਨੁਮਾਇੰਦਿਆਂ ਨੂੰ ਭੇਜ ਕੇ ਸਮਾਂ ਤੇ ਸਥਾਨ ਦੱਸਣਾ ਸੀ। ਹਰ ਇੱਕ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਅਕਾਲੀ ਦਲ ਦੀ ਕੋਰ ਕਮੇਟੀ ਨੇ ਖਾਸ ਤੌਰ ਤੇ ਮੋਗੇ ਦੀ ਘਟਨਾ ਤੋਂ ਬਾਅਦ ਮਹਿਸੂਸ ਕੀਤਾ ਕਿ ਕੇਂਦਰ ਲਾਹਾ ਨਾ ਲੈ ਜੇ ਤੇ ਜਿਹੜੇ ਲੋਕ ਨੇ ਆਪਸੀ ਰਾਜਸੀ ਰੋਟੀਆਂ ਨਾਲ ਸੇਕਣ, ਕਾਂਗਰਸ ਵਾਲੇ ਤੇ ਆਪ ਵਾਲੇ। ਤੇ ਅਸੀਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ, ਕਿਸਾਨ ਆਗੂਆਂ ਨਾਲ ਮਿਲ ਕੇ ਇਸ ਸਥਿਤੀ ਨੂੰ ਐਮੀਕੇਬਲੀ ਸੁਲਝਾਉਣ ਦਾ ਕੋਈ ਹੱਲ ਕੱਢੀਏ। ਤੇ ਇਸੇ ਕਰਕੇ ਅਸੀਂ ਆਪਣਾ ਇੱਕ ਹਫ਼ਤਾ ਆਪਣੇ ਪ੍ਰੋਗਰਾਮ ਅੱਗੇ ਪਾਏ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ 3 ਮੈਂਬਰੀ ਟੀਮ ਬਣਾਈ, ਜਿਹਦੇ 'ਚ ਮੈਂ ਵੀ ਆ, ਭੁੰਦਰ ਸਾਹਿਬ ਤੇ ਸਰਸਾ ਜੀ ਨੇ। ਤੇ ਅਸੀਂ ਕੋਸ਼ਿਸ਼ ਕੀਤੀ ਕਿ ਚਿੱਠੀ ਲਿਖ ਕੇ ਕਿਸਾਨ ਆਗੂਆਂ ਤੋਂ ਸਮਾਂ, ਥਾਂ ਤੇ ਮਿਤੀ ਜਿਹੜੀ ਆ ਉਹ ਮੰਗੀ ਜਾਵੇ। ਤਾਂ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਕਿ 3 ਮੈਂਬਰੀ ਕਮੇਟੀ ਬਣਾਈ ਗਿਆ, ਉਸ ਦੇ ਵਿੱਚ ਇੱਕ ਮੈਂਬਰ ਨੇ ਚੰਦੂਮਾਜਰਾ ਨੇ ਕਿਹਾ ਕਿ ਅਸੀਂ ਚਿੱਠੀ ਲਿਖੀ ਆ ਖੁੱਲੀ ਕਿਸਾਨਾਂ ਦੇ ਨਾਮ ਦੇ ਉੱਪਰ। ਉਹਨਾਂ ਨੂੰ ਕਿਹਾ ਕਿ ਸਮਾਂ ਤੇ ਸਥਾਨ ਉਹ
ਤੈਅ ਕਰਨ ਔਰ ਹਰ ਉਹਨਾਂ ਦੇ ਇੱਕ ਸਵਾਲ ਦਾ ਜਵਾਬ ਜਿਹੜਾ ਉਹ ਅਕਾਲੀ ਦਲ ਤੋਂ ਲੈਣਾ ਚਾਹੁੰਦੇ ਨੇ, ਉਸ ਦਾ ਜਵਾਬ ਮਿਲੇਗਾ। ਪਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਗੱਲ ਪੰਜਾਬ ਦੀ ਮੁਹਿੰਮ ਦੇ ਤਹਿਤ ਅਕਾਲੀ ਦਲ ਦੀ ਰੈਲੀਆਂ ਦਾ ਵਿਰੋਧ ਕੀਤਾ ਜਾ ਰਿਹਾ, ਉਸ ਨੂੰ ਉਹਨਾਂ ਨੇ ਮੰਦਭਾਗਾ ਦੱਸਿਆ ਔਰ ਕਿਹਾ ਕਿ ਉਹਨਾਂ ਦਾ ਵੀ ਜਮਹੂਰੀ ਹੱਕ ਹੈ, ਉਹ ਵੀ ਰੈਲੀਆਂ ਕਰਨ ਦਾ ਅਧਿਕਾਰ ਰੱਖਦੇ ਨੇ ਔਰ ਕਿਤੇ ਨਾ ਕਿਤੇ ਉਹਨਾਂ ਦੀ ਪਾਰਟੀ ਦੇ ਵੱਲੋਂ ਵੀ ਕਿਸਾਨੀ ਸੰਘਰਸ਼ ਦੇ ਵਿੱਚ, ਇਸ ਕਿਸਾਨੀ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ ਗਿਆ। ਜੇਕਰ ਕਿਸਾਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਉਹ ਆਪਣੇ ਨੁਮਾਇੰਦੇ ਭੇਜ ਕੇ ਉਹਨਾਂ ਨੂੰ ਦੂਰ ਕਰ ਸਕਦਾ ਹੈ। ਉਹ ਹਰ ਇੱਕ ਸਵਾਲ ਦਾ ਜਵਾਬ ਦੇਣ ਦੇ ਲਈ ਤਿਆਰ ਔਰ ਸਮਾਂ ਤੇ ਸਥਾਨ ਵੀ ਕਿਸਾਨ ਆਗੂ ਹੀ ਤੈਅ ਕਰਨਗੇ। ਸਿੱਧੇ ਤੌਰ ਦੇ ਉੱਪਰ ਅਕਾਲੀ ਦਲ ਦੇ ਵੱਲੋਂ ਖੁੱਲੀ ਚਿੱਠੀ ਲਿਖੀ ਗਈ ਹੈ ਤਾਂ ਇਸ ਖਬਰ ਤੇ ਗੱਲਬਾਤ ਕਰਦੇ ਸਾਡੇ ਨਾਲ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਜੁੜ ਚੁੱਕੇ ਨੇ। ਲੱਖੋਵਾਲ ਸਾਹਿਬ, ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਪਰ। ਤਾਂ ਅਕਾਲੀ ਦਲ ਦੇ ਹੁਣ ਖੁੱਲੀ ਚਿੱਠੀ ਲਿਖ ਦਿੱਤੀ ਹੈ ਕਿਸਾਨਾਂ ਦੇ ਨਾਂ ਔਰ ਜਥੇਬੰਦੀਆਂ ਦੇ ਨਾਮ ਦੇ ਉੱਪਰ, ਕਿਉਂਕਿ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਘੇਰਾ ਪਾਇਆ ਜਾਂਦਾ ਸੀ ਔਰ ਜਵਾਬ ਮੰਗੇ ਜਾਂਦੇ ਸੀ ਕਈ ਸਵਾਲਾਂ ਦੇ। ਤਾਂ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਤਿਆਰ ਹਾਂ ਹਰ ਸਵਾਲ ਦਾ ਜਵਾਬ ਦੇਣ ਦੇ ਲਈ, ਪਰ ਸਾਨੂੰ ਰੈਲੀਆਂ ਕਰਨ ਤੋਂ ਰੋਕਿਆ ਜਾਵੇ, ਵੀ ਸਾਡਾ ਜਮਹੂਰੀ ਹੱਕ। ਕਿਸ ਤਰੀਕੇ ਨਾਲ ਦੇਖਦੇ ਹੋ? ਸਾਡਾ ਵੀ ਜਮਹੂਰੀ ਹੱਕ ਆ ਕਿਸਾਨਾਂ ਦਾ, ਵੀ ਜਿਹੜੀਆਂ ਪਾਰਟੀਆਂ ਨੂੰ ਅਸੀਂ ਵੋਟ ਪਾਉਣੀ ਆ, ਚੁਣ ਕੇ ਅੱਗੇ ਭੇਜਣਾ, ਉਹਨਾਂ ਤੋਂ ਸਵਾਲ ਕਰਨਾ ਸਾਡਾ ਫਰਜ਼ ਆ ਵੀ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਸਾਡੇ ਲਈ ਕੀ ਕੀਤਾ ਤੇ ਅੱਗੇ ਤੋਂ ਸਾਡੇ ਲਈ ਕੀ ਰੋਡ ਮੈਪ ਲੈ ਕੇ ਆ ਰਹੀਆਂ ਨੇ, ਕੀ ਸਾਡੇ ਲਈ ਉਹ ਕਰਨਗੇ, ਉਹ ਅਸੀਂ ਸਵਾਲ ਕਰਨ ਦਾ ਹੱਕ ਆ ਤੇ ਉਹ ਅਸੀਂ ਸਵਾਲ ਕਰ ਰਹੇ ਹਾਂ। ਪਰ ਜਿਹੜੀ ਹੁਣ ਸਾਨੂੰ ਚਿੱਠੀ ਪਤਾ ਲੱਗੀ ਆ ਮੀਡੀਆ ਰਾਹੀਂ ਵੀ ਇੱਕ ਚਿੱਠੀ ਲਿਖੀ ਗਈ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਆਉਣ ਵਾਲੇ ਦਿਨਾਂ 'ਚ ਸਾਡੀ ਪਰਸੋਂ ਨੂੰ 8 ਤਰੀਕ ਨੂੰ ਜਥੇਬੰਦੀਆਂ ਦੀ ਮੀਟਿੰਗ ਹੋਊਗੀ, ਉਹਦੇ ਵਿੱਚ ਚਿੱਠੀ ਰੱਖ ਕੇ ਅਸੀਂ ਖੁੱਲ੍ਹਾ ਵਿਚਾਰ ਕਰਾਂਗੇ। ਉਸ ਵਿਚਾਰ ਤੋਂ ਬਾਅਦ ਅਸੀਂ ਉਹਨਾਂ ਨੂੰ ਜਵਾਬ ਦੇਵਾਂਗੇ। ਪਰ ਲੱਖੋਵਾਲ ਸਾਹਿਬ, ਅਕਾਲੀ ਦਲ ਨੇ ਕਿਹਾ ਕਿ ਤੁਹਾਨੂੰ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਨੂੰ ਸਵਾਲ ਪੁੱਛਣ ਦਾ ਹੱਕ ਆ, ਪਰ ਉਹ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਘਿਰਾਓ ਕੀਤਾ ਜਾਂਦਾ ਉਹਨਾਂ ਦੇ ਅਧਿਕਾਰੀਆਂ ਤੇ ਲੀਡਰਾਂ ਦਾ, ਤਾਂ ਉਹ ਅਜਿਹਾ ਨਾ ਕੀਤਾ ਜਾਵੇ। ਕੋਈ ਜਗ੍ਹਾ ਤੁਸੀਂ ਸਥਾਨ ਦੱਸੋ, ਉੱਥੇ ਉਹਨਾਂ ਦੇ ਬੁਲਾਏ ਹੋਏ 3 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਵੀ ਨੇ, ਉਹ ਉੱਥੇ ਆਉਣਗੇ ਤੇ ਤੁਸੀਂ ਆਪਣੇ ਨੁਮਾਇੰਦੇ ਭੇਜ ਸਕਦੇ ਹੋ, ਨਾ ਕਿ ਸੜਕਾਂ ਦੇ ਉੱਪਰ ਉਹਨਾਂ ਨੂੰ ਰੋਕਿਆ ਜਾਵੇ। ਉਹ ਅਸੀਂ ਪਰਸੋਂ ਨੂੰ ਤੈਅ ਕਰ ਲਵਾਂਗੇ ਮੀਟਿੰਗ ਦੇ ਵਿੱਚ ਵੀ ਕਿੱਥੇ ਬੁਲਾਉਣਾ ਜਾਂ ਕਿਵੇਂ ਅਸੀਂ ਇਹਨਾਂ ਤੋਂ ਸਵਾਲ ਪੁੱਛਣੇ ਆ। ਉਹ ਫਿਰ ਅਸੀਂ ਇਹਨਾਂ ਨੂੰ ਪਰਸੋਂ ਨੂੰ ਸਾਰੀਆਂ ਪਾਰਟੀਆਂ, ਇਕੱਲੀ ਅਕਾਲੀ ਦਲ ਨਹੀਂ, ਕਾਂਗਰਸ ਤੋਂ ਵੀ ਪੁੱਛਣੇ ਆ, ਆਪ ਤੋਂ ਵੀ ਪੁੱਛਣੇ ਆ, ਸਾਰੀਆਂ ਪਾਰਟੀਆਂ ਨੂੰ ਸਾਂਝੇ ਤੌਰ ਤੇ ਅਸੀਂ ਦੱਸ ਦੇਵਾਂਗੇ ਵੀ ਉਹਨਾਂ ਨੂੰ ਟਾਈਮ ਤਾਂ ਵੀ ਦਿੱਤਾ ਜਾ ਸਕਦਾ ਤੇ ਉਹ ਅਸੀਂ ਸਾਰੀਆਂ ਜੇ ਪਾਰਟੀਆਂ ਦੀ ਆਮ ਸਹਿਮਤੀ ਜਾਂ ਬਣ ਕੇ ਅਸੀਂ ਇਹਨਾਂ ਨੂੰ ਦੱਸਾਂਗੇ ਪਰਸੋਂ। ਬਿਲਕੁਲ। ਤਾਂ ਲੱਖੋਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਵਿਚਾਰ ਸਾਂਝੇ ਕਰਨ ਲਈ। ਤਾਂ ਇਸ ਦਿਨ ਹਰਿੰਦਰ ਸਿੰਘ ਲੱਖੋਵਾਲ ਜਿਹੜੇ ਕਿ ਜਨਰਲ ਸਕੱਤਰ ਨੇ ਲੱਖੋਵਾਲ ਕਿਸਾਨ ਯੂਨੀਅਨ, ਉਹਨਾਂ ਨੇ ਕਿਹਾ ਕਿ ਜਿਹੜੇ ਆਉਣ ਵਾਲੇ ਜਿਹੜੀ ਅਗਲੀ ਮੀਟਿੰਗ ਹੋਣੀ ਹੈ ਉਸ ਨੂੰ ਲੈ ਕੇ ਗੱਲਬਾਤ ਤੈਅ ਕੀਤੀ ਜਾਵੇ। ਸਾਡੇ ਨਾਲ ਇਸ ਵੇਲੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਜੁੜ ਚੁੱਕੇ ਨੇ। ਚੰਦੂਮਾਜਰਾ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਪਰ। ਤਾਂ ਚਿੱਠੀ ਲਿਖੀ ਅਕਾਲੀ ਦਲ ਨੇ ਅੱਜ ਕਿਸਾਨਾਂ ਦੇ ਨਾਮ ਦੇ ਉੱਪਰ ਖੁੱਲੀ, ਤਾਂ ਕੀ ਉਹੀ ਵਜ੍ਹਾ ਕਿ ਲਗਾਤਾਰ ਜਿਹੜੇ ਤੁਹਾਡੇ ਲੀਡਰਾਂ ਦਾ, ਤੁਹਾਡੀ ਪਾਰਟੀ ਦੇ ਹਾਈ ਕਮਾਂਡ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ, ਚਾਹੇ ਸੁਖਬੀਰ ਬਾਦਲ ਦੀ ਗੱਲ ਹੋਵੇ ਜਾਂ ਫਿਰ ਬਿਕਰਮ ਮਜੀਠੀਆ ਦੀ ਗੱਲ ਹੋਵੇ ਜਾਂ ਹੋਰ ਵੀ ਜਿੰਨੀ ਵੀ ਅਕਾਲੀ ਦਲ ਲੀਡਰਸ਼ਿਪ ਆ, ਜਦੋਂ ਵੀ ਕਿਤੇ ਰੈਲੀ ਕਰਦੇ ਜਾਂ ਕੋਈ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਕਿਸਾਨ ਉਸ ਨੂੰ ਰੋਕ ਲੈਂਦੇ ਨੇ, ਵਿਚਕਾਰ ਹੀ ਪ੍ਰਦਰਸ਼ਨ ਕੀਤਾ ਜਾਂਦਾ ਔਰ ਕਿਤੇ ਨਾ ਕਿਤੇ ਸਵਾਲ ਜਵਾਬ ਵੀ ਪੁੱਛੇ ਜਾਂਦੇ ਨੇ। ਦੇਖੋ, ਜਿਸ ਤਰ੍ਹਾਂ ਦੀ ਸਿਚੁਏਸ਼ਨ ਪਿਛਲੇ ਕੁਝ ਦਿਨਾਂ 'ਚ ਬਣੀ ਗੱਲ ਪੰਜਾਬ ਦੀ ਮੁਹਿੰਮ ਦੇ ਵਿੱਚ, ਖਾਸ ਤੌਰ ਤੇ ਮੋਗੇ ਘਟਨਾ ਵਾਪਰੀ ਬੜੀ ਮੰਦਭਾਗੀ, ਅਸੀਂ ਬੜੀ ਗੰਭੀਰਤਾ ਨਾਲ ਸਾਰੀ ਸਿਚੁਏਸ਼ਨ ਨੂੰ ਲਿਆ। ਇਸੇ ਕਰਕੇ 3 ਮੈਂਬਰੀ ਸੀਨੀਅਰ ਪਾਰਟੀ ਦੇ ਲੀਡਰਾਂ ਦੀ ਇੱਕ ਕਮੇਟੀ ਬਣਾ ਕੇ ਵੀ ਆਪਸੀ ਕੋਈ ਗੱਲ ਆ ਬੈਠ ਕੇ ਹੱਲ ਕਰੀਏ। ਉਹ ਫਿਰ ਅਸੀਂ ਚਿੱਠੀ ਲਿਖੀ ਆ ਤਾਂ ਕਿ ਸਮਾਂ, ਸਥਿਤੀ ਤੇ ਡੇਟ ਉਹ ਦੱਸਣ ਤੇ ਅਸੀਂ ਆਪਸੀ ਮਤਭੇਦ। ਚੰਦੂਮਾਜਰਾ ਸਾਹਿਬ, ਅਸੀਂ ਹੁਣੇ ਗੱਲ ਕੀਤੀ ਸੀ ਹਰਿੰਦਰ ਸਿੰਘ ਲੱਖੋਵਾਲ ਦੇ ਨਾਲ, ਉਹਨਾਂ ਨੇ ਕਿਹਾ ਕਿ ਚਿੱਠੀ ਹਾਲੇ ਤੱਕ ਸ਼ਾਇਦ ਉਹਨਾਂ ਨੂੰ ਨਹੀਂ ਮਿਲੀ, ਪਰ ਉਹਨਾਂ ਨੇ ਕਿਹਾ ਕਿ ਪਰਸੋਂ ਨੂੰ, ਜਿਹੜੀ ਕਿ 8 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ ਕਿਸਾਨ ਜਥੇਬੰਦੀਆਂ ਦੀ, ਉਸ ਮੀਟਿੰਗ ਦੇ ਵਿੱਚ ਤੁਹਾਡੀ ਚਿੱਠੀ ਰੱਖੀ ਜਾਵੇਗੀ ਔਰ ਨਾ ਕੇਵਲ ਅਕਾਲੀ ਦਲ ਦੇ ਲਈ ਬਲਕਿ ਸਾਰੀਆਂ ਹੀ ਪਾਰਟੀਆਂ ਦੇ ਲਈ ਜਿਹੜਾ ਫੈਸਲਾ ਲਿਆ ਜਾਵੇਗਾ ਉਹ ਸਮੁੱਚਾ ਫੈਸਲਾ ਹੋਵੇਗਾ, ਕੇਵਲ ਅਕਾਲੀ ਦਲ ਦੇ ਲਈ ਫੈਸਲਾ ਕੋਈ ਵੱਖਰਾ ਨਹੀਂ ਲਿਆ ਜਾਵੇਗਾ। ਅਸੀਂ ਵੀ ਬਿਲਕੁਲ ਇਹੀ ਕਹਿੰਦੇ ਹਾਂ ਵੀ ਸਾਰੀਆਂ ਪਾਰਟੀਆਂ ਲਈ ਹੋਣਾ ਚਾਹੀਦਾ, ਅਕਾਲੀਆਂ ਲਈ ਇਕੱਲਾ ਨਹੀਂ ਹੋਣਾ ਚਾਹੀਦਾ। ਬਲਕਿ ਉਹ ਚਿੱਠੀ 'ਚ ਵੀ ਅਸੀਂ ਜ਼ਿਕਰ ਕੀਤਾ ਕਿ ਸਾਰੀਆਂ ਪਾਰਟੀਆਂ ਲਈ ਇੱਕ ਨੀਤੀ ਤੈਅ ਕੀਤੀ ਜਾਵੇ ਤੇ ਜੇ ਸਵਾਲ ਵੀ ਪੁੱਛਣੇ ਨੇ ਵੀ ਹਰ ਜਥੇਬੰਦੀ ਆਪਣੇ 5-5, 7-7, 10-10 ਬੰਦੇ ਨਿਯੁਕਤ ਕਰਕੇ ਹਰ ਪਾਰਟੀ ਲਈ ਸਮਾਂ ਰੱਖ ਦੇਵੇ, ਉੱਥੇ ਬੈਠ ਕੇ ਅਸੀਂ ਉਹ ਸਵਾਲਾਂ ਦਾ ਜਵਾਬ ਦੇ ਸਕੀਏ। ਤੇ ਮਤਲਬ ਅਸੀਂ ਬੈਠ ਕੇ ਕੋਈ ਨਾ ਕੋਈ ਸੌਟ ਆਊਟ ਕਰਨਾ ਚਾਹੁੰਦੇ ਤਾਂ ਕਿ ਭਾਰਤ ਸਰਕਾਰ ਆਪਸੀ ਟਕਰਾਅ ਕਰਕੇ ਕੋਈ ਖਾਨਾ ਜੰਗੀ ਦੇ ਹਾਲਾਤ ਬਣਾ ਕੇ ਗਵਰਨਰੀ ਰਾਜ ਲਈ ਰਾਹ ਨਾ ਪੱਧਰਾ ਕਰ ਲਵੇ।
ਇਸ ਗੱਲ ਦੀ ਚਿੰਤਾ ਸਾਨੂੰ। ਪਰ ਚੰਦੂਮਾਜਰਾ ਸਾਹਿਬ ਇੱਕ ਵਾਰ ਕਿਸਾਨ ਲੀਡਰ ਇਹ ਵੀ ਕਹਿ ਰਹੇ ਨੇ ਕਿ ਵੋਟਾਂ ਦੇ ਵਿੱਚ ਕਰੀਬ ਹਲੇ 4 ਤੋਂ 5 ਮਹੀਨੇ ਦਾ ਟਾਈਮ ਪਿਆ, ਪਰ ਇਸ ਵਾਰ ਕੁਝ ਜਲਦੀ ਹੀ ਜਿਹੜੇ ਲੀਡਰ ਨੇ ਉਹ ਜਿਹੜੇ ਕਹਿ ਲਏ ਕਿ ਆਪਾਂ ਗਰਾਊਂਡ ਦੇ ਉੱਪਰ ਉਤਰ ਆਏ ਨੇ, ਉਹਨਾਂ ਨੂੰ ਹਲੇ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ। ਹਲੇ ਵੋਟਾਂ ਦੇ ਵਿੱਚ ਸਮਾਂ ਪਿਆ, 1 ਮਹੀਨਾ ਪਹਿਲਾਂ ਜਾਂ 2 ਮਹੀਨਾ ਪਹਿਲਾਂ ਉਹ ਆਪਣਾ ਪ੍ਰਚਾਰ ਕਰ ਸਕਦੇ ਨੇ। ਦੇਖੋ ਤੁਸੀਂ ਵੀ ਜਾਣਦੇ ਹੋ ਭੁੱਲਰ ਸਾਹਿਬ ਵੀ ਲੋਕਾਂ ਕੋਲ ਸਿਆਸੀ ਪਾਰਟੀਆਂ ਕੇਵਲ ਵੋਟਾਂ ਲੈਣ ਵਾਸਤੇ ਨਹੀਂ ਜਾਂਦੀਆਂ, ਵੈਸੇ ਵੀ ਰੈਲੀਆਂ, ਮੀਟਿੰਗਾਂ, ਕਾਨਫਰੰਸਾਂ ਆਮ ਤੌਰ ਤੇ ਵੀ ਹੁੰਦੀਆਂ ਰਹਿੰਦੀਆਂ। ਜ਼ਰੂਰੀ ਨਹੀਂ ਵੀ ਇਲੈਕਸ਼ਨ ਕਰਕੇ ਰੈਲੀਆਂ ਹੁੰਦੀਆਂ ਨੇ। ਤੇ ਇੱਕ ਗੱਲ ਦੇ ਵਿੱਚ ਉਹਨਾਂ ਦੀ ਕਾਫੀ ਦਾਵਾ ਜਿਹੜਾ ਕਹਿੰਦੇ ਨੇ ਵੀ ਕਿਸਾਨ ਸੰਘਰਸ਼ ਨੂੰ ਕਿਤੇ ਡਿਵਰਟ ਨਾ ਹੋ ਜੇ, ਉਹਦਾ ਅਸੀਂ ਹੱਲ ਕੱਢ ਸਕਦੇ ਹਾਂ, ਉਹਦੇ ਲੱਭ ਸਕਦੇ ਹਾਂ ਵੀ ਕਿਸਾਨ ਸੰਘਰਸ਼ ਨੂੰ ਕਿਸੇ ਤਰ੍ਹਾਂ ਵੀ ਕੋਈ ਡਿਵਰਸ਼ਨ ਨਾ ਹੋਵੇ, ਉਹਦਾ ਵੀ ਅਸੀਂ ਕੋਈ ਨਾ ਕੋਈ ਬੰਨ ਬੰਨ ਸਕਦੇ ਹਾਂ। ਪਰ ਨਾਲ ਹੁਣ ਤੇ ਜਿਹੜਾ ਜਮਹੂਰੀ ਹੱਕ ਆ ਉਹ ਹਰ ਬੰਦੇ ਦਾ, ਗੱਲ ਕਹਿਣ ਦਾ, ਗੱਲ ਸੁਣਨ ਦਾ, ਸੁਣਾਉਣ ਦਾ, ਉਹਦਾ ਹੱਲ ਕੱਢਣ ਦਾ। ਹੁਣ ਜੇ ਸਿਆਸੀ ਪਾਰਟੀ ਕਿਸੇ ਲੋਕਾਂ ਕੋਲ ਜਾ ਕੇ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਕੋਈ ਹੱਲ ਕੱਢਦੀ ਆ ਤਾਂ ਗੁਨਾਹ ਤਾਂ ਹੈ ਨਹੀਂ। ਮਤਲਬ ਲੋਕਾਂ ਦੀ ਗੱਲ ਸੁਣਨਾ, ਬਲਕਿ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਆਉਣ ਵਾਲਾ ਵਿਕਾਸ ਮਾਡਲ ਪੰਜਾਬ ਦਾ ਕਿਹੋ ਜਿਹਾ ਹੋਵੇ, ਲੋਕਾਂ ਦੀ ਲੋੜ ਕੀ ਆ, ਉਹਦਾ ਕੀ ਹੱਲ ਹੋਣਾ ਚਾਹੀਦਾ। ਜੇ ਕੋਈ ਪਾਰਟੀ ਇਸ ਤਰ੍ਹਾਂ ਦੀ ਸਥਿਤੀ ਬਣਾ ਕੇ ਲੋਕਾਂ ਤੋਂ ਪੁੱਛ ਕੇ ਕੋਈ ਆਪਣੀ ਨੀਤੀ ਤੈਅ ਕਰਦੀ, ਉਹਦਾ ਐਪਰੀਸ਼ੀਏਟ ਹੋਣਾ ਚਾਹੀਦਾ। ਇਹ ਠੀਕ ਆ ਵੀ ਕਿਸਾਨ ਸੰਘਰਸ਼ ਚੱਲ ਰਿਹਾ, ਕਿਸਾਨ ਸੰਘਰਸ਼ ਨੂੰ ਕੋਈ ਕਿਸੇ ਤਰ੍ਹਾਂ ਦੀ ਧਾਰਨਾ ਲੱਗੇ ਉਹ ਤੋਂ ਬਚਣ ਦੀ ਲੋੜ ਆ, ਉਹਦੇ ਵੀ ਹੱਲ ਲੱਭੇ ਜਾ ਸਕਦੇ ਆ। ਪਰ ਚੰਦੂਮਾਜਰਾ ਸਾਹਿਬ ਨਾਲ ਹੀ ਆਪਾਂ ਕਹਿ ਲਈ ਕਿ ਪਰਸੋਂ ਨੂੰ ਮੀਟਿੰਗ ਹੋਣੀ ਹੈ, ਜਿਹੜੀ ਪਰਸੋਂ ਨੂੰ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਫੈਸਲਾ ਲਿਆ ਜਾਣਾ, ਤਾਂ ਇਹ ਕਿਹਾ ਜਾ ਜਦ ਤੱਕ ਕਿਸਾਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਆਉਂਦਾ ਉਨੀ ਦੇਰ ਤੱਕ ਅਕਾਲੀ ਦਲ ਹਲੇ ਆਪਣੀ ਰੈਲੀਆਂ ਦੇ ਉੱਪਰ, ਮੀਟਿੰਗਾਂ ਦੇ ਉੱਪਰ ਵਿਰਾਮ ਸਿੰਘ ਲਗਾ ਕੇ ਰੱਖੇਗਾ। ਬਿਲਕੁਲ ਲਾ ਕੇ ਰੱਖੇਗਾ। ਅਕਾਲੀ ਦਲ ਨੇ ਤਾਂ ਪਹਿਲੇ ਹੀ 1 ਹਫ਼ਤੇ ਲਈ ਪਹਿਲਾਂ ਟਾਲਤਾ, ਤਾਂ ਹੀ ਅਸੀਂ ਰੱਖਿਆ ਸੀ ਵੀ ਕੋਈ ਸਮਾਂ ਦੇਣਾ ਚਾਹੀਦਾ ਤਾਂ ਕਿ ਉਹਦੇ 'ਚ ਅਸੀਂ ਬੈਠ ਕੇ ਕਿਸੇ ਧਿਰ ਨੂੰ ਇਹ ਨਾ ਹੋਵੇ ਵੀ ਜਲਦਬਾਜ਼ੀ ਕਰ ਰਹੇ ਹਾਂ। ਤੇ ਅਸੀਂ ਉਨੀ ਦੇਰ ਤੱਕ ਤਾਂ ਰੋਕ ਕੇ ਦਿੱਤੀਆਂ ਰੈਲੀਆਂ। ਜੀ ਸ਼ੁਕਰੀਆ, ਧੰਨਵਾਦ। ਇਹ ਸਨ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਕਿ ਸੀਨੀਅਰ ਅਕਾਲੀ ਆਗੂ ਨੇ, ਔਰ ਉਸ ਕਮੇਟੀ ਜਿਹੜੀ 3 ਮੈਂਬਰੀ ਸੀਨੀਅਰ ਕਮੇਟੀ ਬਣਾਈ ਗਈ ਹੈ, ਹਰ ਇੱਕ ਸਵਾਲ ਦਾ ਜਵਾਬ ਦੇਣ ਦੇ ਲਈ ਉਸਦੇ ਮੈਂਬਰ ਵੀ ਸਨ। ਇਹਨਾਂ ਨੇ ਸਾਫ਼ ਕੀਤਾ ਕਿ ਹਰ ਇੱਕ ਪਾਰਟੀ ਦਾ ਜਮਹੂਰੀ ਹੱਕ ਹੈ ਕਿ ਉਹ ਲੋਕਾਂ ਦੇ ਵਿੱਚ ਜਾ ਸਕਦੀ ਹੈ, ਪਰ ਜੇਕਰ ਕੋਈ ਕਿਸਾਨਾਂ ਦੇ ਮਨ ਦੇ ਵਿੱਚ, ਜ਼ਹਿਨ ਦੇ ਵਿੱਚ ਸਵਾਲ ਨੇ, ਉਹਨਾਂ ਦਾ ਪੁੱਛਣਾ ਹੱਕ ਬਣਦਾ ਹੈ, ਪਰ ਉਹ ਸਮਾਂ ਤੇ ਸਥਾਨ ਦੱਸਣ ਜਾਂ ਆਪਣੇ ਪਾਰਟੀ ਦੇ ਨੁਮਾਇੰਦੇ ਭੇਜਣ ਤਾਂ ਉਹਨਾਂ ਦੀ ਪਾਰਟੀ ਅਕਾਲੀ ਦਲ ਦੇ ਵੱਲੋਂ ਹਰ ਇੱਕ ਸਵਾਲ ਦਾ ਜਿਹੜਾ ਉਹਨਾਂ ਦਾ ਜਵਾਬ ਉਹਨਾਂ ਨੂੰ ਦਿੱਤਾ ਜਾਵੇਗਾ। ਤੇ ਉਧਰ ਬਿਕਰਮ ਮਜੀਠੀਆ ਦਾ ਸਾਰੀ ਪਾਰਟੀਆਂ ਨੂੰ ਇੱਕ ਸੱਦਾ ਪੱਤਰ ਭੇਜਿਆ ਗਿਆ, ਇੱਕ ਬੈਨਰ ਦੇ ਥੱਲੇ ਇਕੱਠੇ ਹੋਣ ਦੀ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਬਿਕਰਮ ਮਜੀਠੀਆ ਦੇ ਵੱਲੋਂ। ਮਜੀਠੀਆ ਨੇ ਕਿਹਾ ਕਿ ਜੈ ਜਵਾਨ ਜੈ ਕਿਸਾਨ ਦੇ ਬੈਨਰ ਹੇਠ ਸਾਨੂੰ ਸਾਰਿਆਂ ਨੂੰ ਇਸ ਵੇਲੇ ਇਕੱਠੇ ਹੋਣ ਦੀ ਲੋੜ ਹੈ। ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਦਾ ਵੀ ਜ਼ਿਕਰ ਮਜੀਠੀਆ ਨੇ ਕੀਤਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਆੜ ਦੇ ਵਿੱਚ ਕੁਝ ਅਨਸਰ ਕੁਝ ਵੀ ਕਰ ਸਕਦੇ ਨੇ, ਅਸੀਂ ਵੀ ਆਪਣੇ ਪ੍ਰੋਗਰਾਮ ਫਿਲਹਾਲ ਟਾਲ ਦਿੱਤੇ ਨੇ। ਤਾਂ ਮਜੀਠੀਆ ਨੇ ਖੁੱਲ੍ਹਾ ਸੱਦਾ ਦਿੱਤਾ ਸਾਰੀਆਂ ਹੀ ਪਾਰਟੀਆਂ ਨੂੰ, ਸਿਆਸੀ ਧਿਰਾਂ ਨੂੰ, ਸਾਰਿਆਂ ਨੂੰ ਹੀ ਇੱਕ ਮੰਚ ਜੈ ਜਵਾਨ ਜੈ ਕਿਸਾਨ ਦੇ ਬੈਨਰ ਥੱਲੇ ਇਕੱਠਾ ਹੋ ਕੇ ਸੂਬੇ ਦੇ ਬਹੁਪੱਖੀ ਤੇ ਸਰਪੱਖੀ ਵਿਕਾਸ ਦੇ ਲਈ ਉਹਨਾਂ ਨੇ ਕਿਹਾ ਕਿ ਜਿਹੜੇ ਹਾਲਾਤ ਸੂਬੇ ਵਿੱਚ ਬਣੇ ਹੋਏ ਨੇ, ਕੁਝ ਸ਼ਰਾਰਤੀ ਅੰਸਰ ਇਸ ਦਾ ਫਾਇਦਾ ਚੁੱਕ ਸਕਦੇ ਨੇ, ਔਰ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਕੁਝ ਅੰਸਰ ਕੁਝ ਵੀ ਕਰ ਸਕਦੇ ਨੇ। ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਔਰ ਅਸੀਂ ਵੀ ਆਪਣੇ ਪ੍ਰੋਗਰਾਮ ਫਿਲਹਾਲ ਅੱਗੇ ਦੇ ਲਈ ਢਾਲ ਦਿੱਤੇ ਨੇ। ਭਲੇ ਦੀ ਗੱਲ ਕਰਨੀ ਚਾਹੀਦੀ, ਕਿਸਾਨੀ ਦੇ ਭਲੇ ਦੀ ਗੱਲ ਕਰਨੀ ਚਾਹੀਦੀ, ਔਰ ਇਹ ਜੀ ਕਿਸੇ ਸਾਜ਼ਿਸ਼ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਜੋ ਸੈਂਟਰ ਲੀਡਰਸ਼ਿਪ, ਸੈਂਟਰ ਸਰਕਾਰ ਦੀ ਸਾਜ਼ਿਸ਼ ਹੈ ਕਿ ਇਹ ਸ਼ੋਅ ਕਰ ਦੇਣ ਕਿ ਪੰਜਾਬ 'ਚ ਤਾਂ ਜੀ ਗ੍ਰਨੇਡ ਦੀ ਰਿਕਵਰੀ ਬੜੀ ਹੈ, ਟਿਫਨ ਬਾਕਸ ਦੀ ਰਿਕਵਰੀ ਬੜੀ ਹੈ, ਡਰੋਨਸ ਦੀ ਰਿਕਵਰੀ ਬੜੀ ਹੈ, ਮਾਹੌਲ ਖਰਾਬ ਹੈ, ਇਸ ਲਈ ਇੱਥੇ ਰਾਸ਼ਟਰਪਤੀ ਰਾਜ ਲੱਗ ਜਾਏ। ਆਈ ਥਿੰਕ ਐਜ਼ ਰਿਸਪੌਂਸਿਬਲ ਪੀਪਲ ਵੀ ਆਲ ਨੀਡ ਟੂ ਬੀ ਵੈਰੀ aware of all this, ਔਰ ਤਦੇ ਮੈਂ ਕਹਿੰਦਾ ਕਿ ਪੋਲੀਟੀਕਲ ਪਾਰਟੀਜ਼ ਨੀਡ ਟੂ ਕਮ ਟੂਗੇਦਰ ਜੇ ਅਸੀਂ ਮੁੱਦੇ ਪ੍ਰਤੀ ਆਪ ਦੀ ਸੰਵੇਦਨਸ਼ੀਲ ਹੈ। ਔਰ ਜੋ ਕੱਲ ਇਕੱਠ ਹੋਇਆ ਮੁਜ਼ੱਫਰਨਗਰ 'ਚ, ਮੈਂ ਸਮਝਦਾ ਜਦ ਇਹ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਖ-ਵੱਖ ਸੂਬਿਆਂ 'ਚੋਂ ਆ ਕੇ ਛਤਰੀ ਥੱਲੇ ਇਕੱਠੀ ਹੋਈਆਂ ਨੇ, ਸੂਬੇ ਸਾਡੇ ਦੇਸ਼ ਦੀ ਪੋਲੀਟੀਕਲ ਪਾਰਟੀਆਂ ਨੂੰ ਵੀ ਕੁਝ ਸਬਕ ਸਿੱਖ ਕੇ ਉਹ ਰਸਤਾ ਫੋਲੋ ਕਰਨ ਦੀ ਲੋੜ ਹੈ, ਔਰ ਸ਼ਾਂਤੀ ਬਣਾਏ ਰੱਖਣਾ ਸਭ।
ਉਧਰ ਪੰਜਾਬ ਆਮ ਆਦਮੀ ਪਾਰਟੀ ਦੇ ਵਿੱਚ ਸੀਐਮ ਫੇਸ ਨੂੰ ਲੈ ਕੇ ਘਮਾਸਾਨ ਤੇਜ਼ ਹੋ ਗਿਆ। ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇਸ ਮੁਤਲਕ ਬਕਾਇਦਾ ਲੁਧਿਆਣੇ ਤੋਂ ਪੈਦਲ ਚੱਲ ਕੇ ਚੰਡੀਗੜ੍ਹ ਪਹੁੰਚੇ ਨੇ ਭਗਵੰਤ ਮਾਨ ਦੇ ਹਮਾਇਤੀ। ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਦੇ ਬਾਹਰ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਤੋਂ ਇਲਾਵਾ ਕੋਈ ਵੀ ਹੋਰ ਉਹਨਾਂ ਨੂੰ ਸੀਐਮ ਕੈਂਡੀਡੇਟ ਮਨਜ਼ੂਰ ਨਹੀਂ ਹੈ। ਆਮ ਆਦਮੀ ਪਾਰਟੀ ਦੇ ਕੁਝ ਵਲੰਟੀਅਰ ਲੁਧਿਆਣਾ ਤੋਂ ਚੰਡੀਗੜ੍ਹ ਪਹੁੰਚੇ ਨੇ ਪੈਦਲ ਮਾਰਚ ਕਰਦਿਆਂ ਔਰ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਜਿਹੜਾ ਸੈਕਟਰ 39 ਦੇ ਵਿੱਚ ਉੱਥੇ ਪਹੁੰਚੇ ਨੇ। ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਇਹ ਬੈਨਰ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਭਗਵੰਤ ਮਾਨ ਦੇ ਹੱਕ ਦੇ ਵਿੱਚ। ਭਗਵੰਤ ਮਾਨ ਨੂੰ ਕਹਿੰਦੇ ਕਿ ਸੀਐਮ ਚਿਹਰਾ ਐਲਾਨ ਕੀਤਾ ਜਾਵੇ, ਪਰ ਐਸੀ ਸਥਿਤੀ ਕਿਉਂ ਪੈਦਾ ਹੋ ਗਈ ਕਿ ਇਸ ਤਰ੍ਹਾਂ ਦਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਪ੍ਰੋਟੈਸਟ ਹੈ ਜਿਹੜਾ ਉਹ ਕਰਨਾ ਪਿਆ। ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਆਏ ਹੋ ਔਰ ਕੀ ਤੁਹਾਡਾ ਮਕਸਦ ਹੈ? ਮੇਰਾ ਨਾਮ ਪ੍ਰਦੀਪ ਧਵਨ ਹੈ ਜੀ, ਲੁਧਿਆਣਾ ਤੋਂ ਅਸੀਂ ਆਏ ਹਾਂ ਜੀ। ਅਸੀਂ 4 ਤਰੀਕ ਤੋਂ ਤੁਰੇ ਸੀ ਪੈਦਲ, ਜੋ ਕਿ ਇੱਕ ਮਿਸ਼ਨ ਲੈ ਕੇ ਤੁਰੇ ਹਾਂ ਅਸੀਂ ਕਿ ਸੀਐਮ ਚਿਹਰਾ ਭਗਵੰਤ ਮਾਨ ਤੇ ਵਲੰਟੀਅਰਾਂ ਦੀ ਮੰਗ। ਵਲੰਟੀਅਰ ਦੀ ਮੰਗ ਇਹ ਹੈਗੀ ਆ ਕਿ ਇਹਨਾਂ ਨੂੰ ਅੱਗੇ ਕੀਤਾ ਜਾਵੇ, ਕਿਉਂਕਿ ਕਾਲੀ ਕਾਂਗਰਸੀ ਵਾਲੇ ਪੰਜਾਬ ਦੇ ਵਿੱਚ ਬਹੁਤ ਨੇ ਜੋ ਕਿ ਕਰਪਟ ਲੋਕ ਨੇ। ਪਾਰਟੀ ਉਹਨਾਂ ਨੂੰ ਸਿੱਧਾ ਜੁਆਇਨ ਕਰਕੇ ਅੱਗੇ ਵਲੰਟੀਅਰ ਸਿਰ ਤੇ ਲਾ ਰਹੀ ਹੈ। ਜਿੱਦਾਂ ਵਲੰਟੀਅਰ ਨੂੰ ਧੋਖਾ ਹੋ ਰਿਹਾ, ਉਦਾਂ ਹੀ ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਜੀ ਨਾਲ ਧੋਖਾ ਹੋ ਰਿਹਾ। ਪਾਰਟੀ ਸੀਐਮ ਸੁਪਰੀਮੋ ਜਿਹੜਾ ਆਪਣਾ ਅਰਵਿੰਦ ਕੇਜਰੀਵਾਲ ਜੀ ਹੈ, ਇਹ ਦੂਜੀਆਂ ਪਾਰਟੀਆਂ 'ਚੋਂ ਬੰਦਾ ਲੱਭਦੇ ਪਏ ਨੇ। ਜਦ ਸਾਡੇ ਕੋਲ ਹੈਗਾ ਸੀਐਮ ਭਗਵੰਤ ਮਾਨ, ਜਨ ਕਹਿੰਦਾ ਇਹ ਭਾਵਾ ਕੁੱਛੜ ਕੁੜੀ ਸ਼ਾਇਦ ਢੰਡੋਰਾ, ਜਦ ਆਪਣੇ ਕੋਲ ਸੀਐਮ ਚਿਹਰਾ ਹੈਗਾ ਤੇ ਅਸੀਂ ਦੂਜੇ ਘਰਾਂ 'ਚ ਕਿਉਂ ਲੱਭਣਾ? 2017 'ਚ ਜੋ ਗਲਤੀ ਕੀਤੀ ਹੈ ਪਾਰਟੀ ਨੇ, ਅਸੀਂ ਉਹ ਗਲਤੀ ਇਸ ਵਾਰ ਨਹੀਂ ਹੋਣ ਦੇਣੀ। ਤਾਂ ਭਗਵੰਤ ਮਾਨ ਦੀ ਜਗ੍ਹਾ ਕਹਿੰਦੇ ਹੋਰ ਚਿਹਰਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਈ ਜੀ ਐਸੀ ਸਥਿਤੀ ਕਿਉਂ ਪੈਦਾ ਹੋ ਗਈ? ਤੁਹਾਡੇ ਮਨ ਦੇ ਵਿੱਚ ਐਸੇ ਖਦਸ਼ੇ ਵੀ ਕਿਉਂ ਪੈਦਾ ਹੋ ਗਏ ਕਿ ਇਹ ਗੱਲ ਹੋ ਸਕਦੀ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਕਿਉਂ ਫਿਰ ਜਿਹੜਾ ਹੈਗਾ ਸਾਈਡ ਕਰਨ ਦੀ ਕੋਸ਼ਿਸ਼ ਹੈ? ਤੁਹਾਡੇ ਮਨਾਂ ਦੇ ਵਿੱਚ ਖਦਸ਼ੇ ਕਿੱਥੋਂ ਆਏ? ਸਾਡੇ ਮਨਾਂ ਦੇ ਵਿੱਚ ਜਿਹੜੇ ਖਦਸ਼ੇ ਆਏ ਆ, ਇਹ ਖਾਸ ਕਰਕੇ ਜਿਹੜੀ ਦਿੱਲੀ ਦੀਆਂ ਟੀਮਾਂ ਆਈਆਂ ਹੋਈਆਂ ਵਾ, ਉਹ ਸਰਵੇ ਆਪਣੇ ਬਲਬੂਤੇ ਤੇ ਕਰੀ ਜਾਂਦੇ ਆ। ਸਾਡੇ ਜਿਹੜੇ ਵਰਕਰ ਆ, ਜਿਹੜੇ ਅਸੀਂ ਪਾਰਟੀ ਦੇ, ਇਹ ਸਾਰੇ ਟਕਸਾਲੀ ਵਰਕਰ ਆ ਜੀ। ਅਸੀਂ ਸ਼ੁਰੂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਜਦੋਂ ਦੀ ਇਹ ਪਾਰਟੀ ਬਣੀ ਹੋਈ ਆ। ਅਸੀਂ ਚਾਹੁੰਦੇ ਵੀ ਐਤਕੀ ਜਿੱਦਾਂ ਕਿ ਕੇਜਰੀਵਾਲ ਸਾਰਿਆਂ ਨੂੰ ਕਹਿੰਦਾ ਹੁੰਦਾ ਵੀ ਜਿਹੜੇ ਵਰਕਰ ਆ ਉਹ ਰੀੜ੍ਹ ਦੀ ਹੱਡੀ ਆ। ਅੱਜ ਜਿਹੜੇ ਵਰਕਰ ਆ ਇਹਨਾਂ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਚੁੱਕੀ ਆ। ਤੁਸੀਂ ਸਾਨੂੰ ਪੁੱਛਦੇ ਹੀ ਨਹੀਂ ਕਿ ਸਾਨੂੰ ਕਿਹੜਾ ਕੈਂਡੀਡੇਟ ਚਾਹੀਦਾ, ਸਾਨੂੰ ਸੀਐਮ ਫੇਸ ਕੌਣ ਚਾਹੀਦਾ, ਸਾਨੂੰ ਪੁੱਛਦੇ ਹੀ ਨਹੀਂ ਵੇ। ਪਰ ਵਿੱਚ ਚਰਚਾਵਾਂ ਕਿਤੇ ਨਾ ਕਿਤੇ ਵੀ ਸ਼ੁਰੂ ਹੋ ਜਾਂਦੀਆਂ ਵੀ ਕਿ ਅਰਵਿੰਦ ਕੇਜਰੀਵਾਲ, ਕਿਉਂਕਿ ਜਿਹੜਾ ਸਰਵੇ ਹੋਇਆ ਪਿੱਛੇ ਜੇ ਉਹਦੇ ਚ ਉਹਨਾਂ ਨੂੰ ਖੁਦ ਨੂੰ ਚਿਹਰਾ ਰੱਖਿਆ ਗਿਆ ਵੀ ਕਿਤੇ ਅਰਵਿੰਦ ਕੇਜਰੀਵਾਲ ਅਗਰ ਖੁਦ ਆਉਂਦੇ ਨੇ ਫਿਰ ਤੁਹਾਡੀ ਤਸੱਲੀ ਹੈ? ਦੇਖੋ, ਅਸੀਂ ਚਾਹੁੰਦੇ ਆ ਜਿਹੜੇ ਕੇਜਰੀਵਾਲ ਸਾਹਿਬ ਆ, ਅਸੀਂ ਦੇਸ਼ ਦੇ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ।